ਹੈਲੋ ਸਟੂਡੈਂਟਸ। तो ਅੱਜ ਅਸੀਂ ਕਰਾਂਗੇ ਨੈਕਸਟ ਵੀਡੀਓ ਥਰਡ ਜਿਹੜਾ ਇਹਦਾ ਟੌਪਿਕ ਸੀਗਾ ਚੈਪਟਰ ਦਾ ਫੋਰਸ, ਉਹ ਕਰਾਂਗੇ। ਫੋਰਸਿਸ ਦੈਟ ਐਕਸਟਰਨਲ ਕੋਜ਼ which tends to change the state of rest or state of motion of an object। ਫੋਰਸ ਇੱਕ ਉਹ ਐਕਸਟਰਨਲ ਕੋਜ਼ ਆ ਜਿਹੜਾ ਕਿਸੇ ਬੋਡੀ ਦੇ ਜਿਹੜੀ ਸਟੇਟ ਨੂੰ ਚੇਂਜ ਕਰਦਾ ਵਾ। ਇਧਰ ਰੈਸਟ ਦੀ ਸਟੇਟ ਨੂੰ ਚੇਂਜ ਕਰੇ ਤੇ ਮੋਸ਼ਨ 'ਚ ਲਿਆ ਦੂਗਾ, ਜਾਂ ਫਿਰ ਬੋਡੀ ਦੇ ਯੂਨੀਫਾਰਮ ਮੋਸ਼ਨ ਨੂੰ ਮੋਸ਼ਨ ਦੀ ਸਟੇਟ ਨੂੰ ਚੇਂਜ ਕਰੂਗਾ। ਠੀਕ ਹੈ ਜੀ। ਸੋ ਨੋਟ ਫੋਰਸ ਬਾਰੇ, ਫੋਰਸ ਇਜ਼ ਏ ਵੈਕਟਰ ਕੁਆਂਟਿਟੀ। ਦ ਸਮ ਆਫ ਟੂ ਇਕੁਅਲ ਐਂਡ ਓਪੋਜ਼ਿਟ ਫੋਰਸਿਸ ਇਜ਼ ਜ਼ੀਰੋ। ਜੇ ਕਿਸੇ ਬੋਡੀ 'ਤੇ ਇਕੁਅਲ ਐਂਡ ਓਪੋਜ਼ਿਟ ਫੋਰਸਿਸ ਲੱਗਦੀਆਂ ਪਈਆਂ ਤੇ ਉਹਨਾਂ ਦਾ ਸਮ ਕੀ ਹੋਊਗਾ? ਜ਼ੀਰੋ ਹੋਊਗਾ। ਦਾ ਇਹ ਬੋਡੀ ਐਕਟਡ ਅਪੋਨ ਬਾਏ ਸੈਵਰਲ ਫੋਰਸਿਸ ਕੈਨ ਆਲਸੋ ਹੈਵ ਦਾ ਰਿਜ਼ਲਟੈਂਟ ਨੈਟ ਫੋਰਸ ਔਨ ਇਟ ਇਕੁਅਲ ਟੂ ਜ਼ੀਰੋ। ਜੇ ਕਿਸੇ ਬੋਡੀ 'ਤੇ ਬਹੁਤ ਜ਼ਿਆਦਾ ਫੋਰਸਿਸ ਲੱਗਦੀਆਂ ਹੋਣ ਤੇ ਉਹਦੀ ਰਿਜ਼ਲਟੈਂਟ ਨੈਟ ਫੋਰਸ ਕੀ ਬਣ ਜਾਏਗੀ? ਜ਼ੀਰੋ, ਜੇਕਰ ਬੋਡੀ ਮੂਵ ਨਹੀਂ ਕਰ ਰਹੀ। ਠੀਕ ਹੈ ਜੀ। ਦੈਨ ਨੈਕਸਟ ਟੋਪਿਕ ਆ ਮਾਸ ਐਂਡ ਇਨਰਸ਼ੀਆ। ਮਾਸ ਤੇ ਇਨਰਸ਼ੀਆ ਕਿਵੇਂ ਇੰਟਰਲੇਟਡ ਆ ਉਹ ਅਸੀਂ ਪੜ੍ਹਾਂਗੇ। ਇਨਰਸ਼ੀਆ ਇਜ਼ ਦਾ ਇਨਹੈਰੈਂਟ property of each body by virtue of which it has a tendency to resist the change in its state of rest or state of motion। ਇਨਰਸ਼ੀਆ ਇੱਕ ਪ੍ਰੋਪਰਟੀ ਆ ਬੋਡੀ ਦੀ, ਇਨਹੈਰੈਂਟ ਮਤਲਬ ਉਹਦੇ ਇਨਬਿਲਟ ਹੁੰਦੀ ਉਹਦੇ ਅੰਦਰ, ਜਿਹਦੇ ਕਰਕੇ ਬੋਡੀ ਆਪਣੀ ਸਟੇਟ ਨੂੰ ਚੇਂਜ ਹੋਣ ਤੋਂ ਰਸਿਸਟ ਕਰਦੀ ਆ, ਮੀਨਸ ਰੋਕਦੀ ਆ। ਦ ਪ੍ਰੋਪਰਟੀ ਆਫ ਦੀ ਇਨਰਸ਼ੀਆ ਇਜ਼ ਬਿਕੋਜ਼ ਆਫ ਦੀ ਮਾਸ ਆਫ ਦੀ ਬੋਡੀ। ਬੋਡੀ ਨੂੰ ਇਨਰਸ਼ੀਆ ਕੌਣ ਪ੍ਰੋਵਾਈਡ ਕਰਦਾ? ਉਹਦਾ ਮਾਸ। ਦ ਗ੍ਰੇਟਰ ਦਾ ਮਾਸ, ਗ੍ਰੇਟਰ ਇਜ਼ inertia of the body, thus a lighter body has less inertia than a heavier body। in other words, more the mass of the body, more difficult it is to move the body from rest to motion or from motion to rest, thus mass is the measure of inertia। for example, examples ਦਿੱਤੀਆਂ। cricket ball is more massive than a tennis ball। ਤੋਂ ਭਾਰੀ ਹੁੰਦੀ ਕਹਿੰਦਾ। cricket ball acquires much smaller velocity than a tennis ball when the two balls are pushed with equal force for the ਸੇਮ ਡਿਊਰੇਸ਼ਨ। ਜੇ ਆਪਾਂ ਦੋਨਾਂ ਨੂੰ ਮਤਲਬ ਸੇਮ ਬੈਟ ਨਾਲ ਸੇਮ ਫੋਰਸ ਨਾਲ ਹਿੱਟ ਕਰੀਏ ਤਾਂ ਕ੍ਰਿਕਟ ਬਾਲ 'ਚ ਮੋਸ਼ਨ ਘੱਟ ਆਉਂਦਾ ਵਾ, ਸਮਾਲ ਵੈਲੋਸਿਟੀ ਆਉਂਦੀ ਹੈ, ਅਤੇ ਟੈਨਿਸ ਬਾਲ 'ਚ ਜ਼ਿਆਦਾ ਆਉਂਦੀ ਹੈ, ਕਿਉਂਕਿ ਟੈਨਿਸ ਬਾਲ ਦਾ ਮਾਸ ਘੱਟ ਹੁੰਦਾ ਹੈ। ਕਿਉਂਕਿ ਜੇ ਆਪਾਂ ਸੇਮ ਫੋਰਸ ਬੋਡੀ 'ਤੇ ਲਗਾ ਰਹੇ ਹਾਂ ਤਾਂ ਫਿਰ ਕਿਹੜੀ ਬੋਡੀ 'ਚ ਮੋਸ਼ਨ ਜ਼ਿਆਦਾ ਆਊਗਾ? ਜਿਹਦਾ ਇਨਰਸ਼ੀਆ ਘੱਟ ਆ, ਕਿਉਂਕਿ ਇਹਦਾ ਮਾਸ ਘੱਟ ਆ, ਜ਼ਿਆਦਾ ਵੈਲੋਸਿਟੀ ਗੇਨ ਕਰੂਗੀ। ਜਿਹਦਾ ਮਾਸ ਜ਼ਿਆਦਾ ਵਾ ਉਹ ਘੱਟ ਵੈਲੋਸਿਟੀ ਗੇਨ ਕਰੂਗੀ। ਠੀਕ ਹੈ। ਇਨ ਕੇਸ ਵੈਨ ਦੇ ਆਰ ਮੂਵਿੰਗ ਵਿਦ ਦੀ ਸੇਮ ਵੈਲੋਸਿਟੀ ਇਟ ਇਜ਼ ਮੋਰ ਡਿਫੀਕਲਟ ਟੂ ਸਟੋਪ ਦਾ ਕ੍ਰਿਕਟ ਬੋਲ। ਜੇ ਦੋਨੇ ਸੇਮ ਵੈਲੋਸਿਟੀ ਨਾਲ ਆ ਰਹੀਆਂ ਸਾਡੇ ਕੋਲ, ਅਸੀਂ ਟੈਨਿਸ ਦੀ ਬੋਲ ਨੂੰ ਆਸਾਨੀ ਨਾਲ ਰੋਕ ਸਕਦੇ ਹਾਂ ਕਿ ਕ੍ਰਿਕਟ ਦੀ ਬਾਲ ਨੂੰ? ਅਸੀਂ ਟੈਨਿਸ ਦੀ ਬੋਲ ਨੂੰ ਰੋਕ ਸਕਦੇ ਹਾਂ, ਕਿਉਂਕਿ ਉਹਦਾ ਮਾਸ ਘੱਟ ਆ ਅਤੇ ਉਹਦਾ ਇਨਰਸ਼ੀਆ ਘੱਟ ਆ, ਇਸ ਕਰਕੇ ਉਹਦੀ ਸਟੇਟ ਨੂੰ ਚੇਂਜ ਕਰਨਾ, ਮੋਸ਼ਨ ਤੋਂ ਰੈਸਟ ਲਿਆਉਣਾ ਸੌਖਾ ਵਾ। ਬਟ ਕ੍ਰਿਕਟ ਬੋਲ ਦਾ ਮਾਸ ਜ਼ਿਆਦਾ, ਉਹਨੂੰ ਔਖਾ ਵਾ ਇਨ ਕੰਪੈਰੀਜ਼ਨ ਟੂ ਦੀ ਟੈਨਿਸ ਬਾਲ ਵਿਚ ਹੈਜ਼ ਲੈਸ ਮਾਸ। ਉਹਨੂੰ ਸਟੋਪ ਕਰਨਾ ਜਿਹੜਾ ਵਾ ਈਜ਼ੀ ਐਜ਼ ਕੰਪੇਅਰ ਟੂ ਕ੍ਰਿਕਟ ਬਾਲ ਨਾਲੋਂ। ਇਟ ਇਜ਼ ਡਿਫੀਕਲਟ ਟੂ ਸੈਟ ਏ ਲੋਡਡ ਟਰੋਲੀ ਇਨ ਮੋਸ਼ਨ ਦੈਨ ਐਨ ਅਨਲੋਡਡ ਟਰੋਲੀ। ਇੱਕ ਟਰੋਲੀ 'ਤੇ ਭਾਰ ਲੱਦਿਆ ਹੋਇਆ ਉਹਨੂੰ ਮੋਸ਼ਨ 'ਚ ਲਿਆਉਣਾ ਔਖਾ ਵਾ, ਜੇ ਖਾਲੀ ਟਰੋਲੀ ਉਹਨੂੰ ਸੌਖਾ ਵਾ। ਸਿਮਿਲਰਲੀ ਇਟ ਇਜ਼ ਡਿਫੀਕਲਟ ਟੂ ਸਟੋਪ ਏ ਲੋਡਡ ਟਰੋਲੀ ਦੈਨ ਐਨ ਅਨਲੋਡਡ ਵਨ। ਰੋਕਣਾ ਵੀ ਉਹਨੂੰ ਔਖਾ ਹੀ ਆ ਲੋਡਡ ਟਰੋਲੀ ਨੂੰ ਅਨਲੋਡਡ ਨਾਲੋਂ, ਇਫ ਬੋਥ ਆਰ ਮੂਵਿੰਗ ਇਨੀਸ਼ੀਅਲੀ ਵਿਦ ਦੀ ਸੇਮ ਵੈਲੋਸਿਟੀ। ਠੀਕ ਹੈ ਜੀ। ਦੈਨ ਨੈਕਸਟ ਹੈਗਾ ਆਪਣੇ ਕੋਲ ਕਾਈਂਡਸ ਆਫ ਇਨਰਸ਼ੀਆ ਐਂਡ ਇਟਸ ਐਗਜ਼ਾਮਪਲਸ ਐਜ਼ ਇਲਸਟ੍ਰੇਸ਼ਨ ਆਫ ਫਸਟ ਲਾ। ਹੁਣ ਇਨਰਸ਼ੀਆ ਕਿੰਨੀ ਤਰ੍ਹਾਂ ਦਾ ਹੁੰਦਾ? ਇਨਰਸ਼ੀਆ ਆਫ ਰੈਸਟ ਐਂਡ ਇਨਰਸ਼ੀਆ ਆਫ ਮੋਸ਼ਨ। ਇਨਰਸ਼ੀਆ ਆਫ ਰੈਸਟ ਅਤੇ ਇਨਰਸ਼ੀਆ ਆਫ ਮੋਸ਼ਨ। ਇਨਰਸ਼ੀਆ ਆਫ ਰੈਸਟ ਕੀ ਚੀਜ਼ ਹੈ? ਇਫ ਦਾ ਬੋਡੀ ਇਜ਼ ਐਟ ਰੈਸਟ ਇਟ ਵਿਲ ਰਿਮੇਨ ਐਟ ਰੈਸਟ ਅਨਲੈਸ ਐਨ ਐਕਸਟਰਨਲ ਫੋਰਸ ਇਜ਼ ਅਪਲਾਈਡ ਟੂ ਚੇਂਜ ਇਟਸ ਸਟੇਟ ਆਫ ਰੈਸਟ। ਦਿਸ ਪ੍ਰੋਪਰਟੀ ਆਫ ਬੋਡੀ ਇਜ਼ ਕੋਲਡ ਦਾ ਇਨਰਸ਼ੀਆ ਆਫ ਰੈਸਟ। ਬੋਡੀ ਦੀ ਉਹ ਪ੍ਰੋਪਰਟੀ ਜਿਹਦੇ ਕਰਕੇ ਬੋਡੀ ਆਪਣੀ ਰੈਸਟ ਦੀ ਸਟੇਟ ਨੂੰ ਬਣਾਈ ਰੱਖਣਾ ਚਾਹੁੰਦੀ ਹੈ, ਉਹਨੂੰ ਅਸੀਂ ਕੀ ਬੋਲਦੇ ਹਾਂ? ਇਨਰਸ਼ੀਆ ਆਫ ਰੈਸਟ। ਐਗਜ਼ਾਮਪਲਸ, ਵੈਨ ਇਟ ਟ੍ਰੇਨ suddenly starts moving forward, the passenger standing in the compartment tends to fall backwards। ਇੱਕਦਮ ਜਦੋਂ ਆਪਾਂ ਕਿਸੇ ਵਹੀਕਲ 'ਚ ਬੈਠੇ, ਟ੍ਰੇਨ 'ਚ ਬੈਠੇ ਹਾਂ, ਉਹ ਇੱਕਦਮ ਸਟਾਰਟ ਹੋ ਕੇ ਅੱਗੇ ਨੂੰ ਮੂਵ ਕਰਨਾ ਸ਼ੁਰੂ ਕਰ ਜਾਵੇ, ਅਸੀਂ ਉਹ ਬੱਸ ਦੇ ਵਿੱਚ ਜਾਂ ਟ੍ਰੇਨ ਦੇ ਵਿੱਚ ਖੜ੍ਹੇ ਹਾਂ ਅਤੇ ਸਾਨੂੰ ਪਿੱਛੇ ਨੂੰ ਧੱਕਾ ਲੱਗਦਾ। ਕਿਹਦੇ ਕਰਕੇ? ਇਨਰਸ਼ੀਆ ਆਫ ਰੈਸਟ ਕਰਕੇ। ਕਿਉਂਕਿ ਸਾਡੀ ਬੋਡੀ ਦਾ ਇਨਰਸ਼ੀਆ ਰੈਸਟ ਦਾ ਬਣਿਆ ਹੋਇਆ ਸੀ, ਪਰ ਸਾਡੇ ਪੈਰ ਜਿਹੜੇ ਆ ਉਹ ਟ੍ਰੇਨ ਨਾਲ ਅਟੈਚ ਸੀਗੇ, ਉਹ ਮੋਸ਼ਨ 'ਚ ਆ ਜਾਂਦੇ ਆ। ਇਸ ਕਰਕੇ ਸਾਡੇ ਪੈਰਾਂ ਦੇ ਮੋਸ਼ਨ 'ਚ ਆਉਣ ਕਰਕੇ ਅਤੇ ਸਾਡੀ ਉੱਪਰਲੀ ਬੋਡੀ ਰੈਸਟ 'ਚ ਹੀ ਰਹਿਣਾ ਚਾਹੁੰਦੀ ਸੀ, ਜਿਹਦੇ ਕਰਕੇ ਸਾਨੂੰ ਬੈਕਵਰਡ ਜਿਹੜਾ ਵਾ ਇੱਕ ਧੱਕਾ ਲੱਗਦਾ ਵਾ। The reason is that the lower part of the passenger's body is in close contact with the train। As the train starts moving, his lower part shares the motion at once, but the upper part, due to inertia of rest, cannot share the motion simultaneously, and so it tends to remain at the same place। ਤੇ ਰਹਿਣਾ ਚਾਹੁੰਦਾ upper part ਉਹਦਾ। Consequently, the lower part of the body moves ahead and the upper part is left behind, so the passenger tends to fall। ਪਿੱਛੇ ਨੂੰ ਡਿੱਗ ਜਾਂਦਾ ਪੈਸੰਜਰ ਜਾਂ ਡਿੱਗਣ ਲੱਗਦਾ। ਠੀਕ ਹੈ ਜੀ। When a hanging carpet is beaten with a stick, the dust particle starts falling out of it। ਕਹਿੰਦਾ ਇੱਕ ਆਪਾਂ ਹੈਂਗਿੰਗ ਕਾਰਪੈਟ ਆ, ਸਾਡੇ ਕੋਲ ਚਟਾਈ ਹੈ, ਉਹਨੂੰ ਜਦੋਂ ਅਸੀਂ ਸਟਿੱਕ ਮਾਰਦੇ ਉਹਦੇ 'ਤੇ ਉਹਦੇ ਤੋਂ ਘੱਟਾ ਜਿਹੜਾ ਡਸਟ ਪਾਰਟੀਕਲਸ ਹੁੰਦੇ ਆ ਉਹ
ਉੱਤੋਂ ਉਤਰ ਜਾਂਦੇ ਆ। ਕਿਉਂ ਉਤਰ ਜਾਂਦੇ? ਦਾ ਰੀਜ਼ਨ ਇਜ਼ ਦੈਟ ਦ ਪਾਰਟ ਆਫ ਦੀ ਕਾਰਪੈਟ ਵੇਅਰ ਦ ਸਟਿਕ ਸਟ੍ਰਾਈਕਸ ਕਮਜ਼ ਇਨ ਮੋਸ਼ਨ ਐਟ ਵਾਂਸ। ਉਹ ਪਾਰਟ ਮੋਸ਼ਨ 'ਚ ਆ ਜਾਂਦਾ ਚਾਦਰ ਦਾ। ਵਾਈਲ ਦਾ ਡਸਟ ਪਾਰਟੀਕਲ ਸੈਟਲਡ ਔਨ ਇਟਸ ਫਰ ਰਿਮੇਨ ਇਨ ਪੋਜੀਸ਼ਨ ਡਿਊ ਟੂ ਇਨਰਸ਼ੀਆ ਆਫ ਰੈਸਟ। ਉਹ ਜਿਹੜੇ ਡਸਟ ਪਾਰਟੀਕਲ ਹੁੰਦੇ ਉਹ ਆਪਣੀ ਰੈਸਟ ਵਾਲੀ ਜਗ੍ਹਾ 'ਤੇ ਰਹਿਣਾ ਚਾਹੁੰਦੇ ਹੁੰਦੇ ਆ। ਦਸ ਦਾ ਪਾਰਟ ਆਫ ਦੀ ਕਾਰਬਟ ਮੂਵਜ਼ ਐਹਦ ਵਿਦ ਦੀ ਸਟਿਕ ਲੀਵਿੰਗ ਬਿਹਾਈਂਡ ਦਾ ਡਸਟ ਪਾਰਟੀਕਲਸ ਆ ਉੱਥੇ ਟਿਕੇ ਰਹਿਣਾ ਚਾਹੁੰਦੇ, ਇਸ ਕਰਕੇ ਉੱਥੇ ਰਹਿ ਜਾਂਦੇ ਅਤੇ ਉਹ ਥੱਲੇ ਡਿੱਗ ਜਾਂਦੇ, ਵਿੱਚ ਫਾਲ ਡਾਊਨ ਡਿਊ ਟੂ ਦੀ ਅਰਥਸ ਪੁੱਲ। ਔਨ ਸ਼ੇਕਿੰਗ ਦਾ ਬ੍ਰਾਂਚਿਸ ਆਫ ਟਰੀ ਦਾ ਫਰੂਟਸ ਫਾਲ ਡਾਊਨ। ਮਤਲਬ ਕਿਸੇ ਪੇੜ ਤੋਂ ਜਦੋਂ ਉਹਨੂੰ ਹਿਲਾਉਂਦੇ ਟਾਹਣੀਆਂ ਤੋਂ, ਅਤੇ ਫਰੂਟ ਵੀ ਇਸੇ ਕਰਕੇ ਗਿਰਦੇ ਕਿਉਂਕਿ ਫਰੂਟ ਜਿਹੜੇ ਆ ਇਨਰਸ਼ੀਆ ਆਫ ਰੈਸਟ 'ਚ ਰਹਿਣਾ ਚਾਹੁੰਦੇ ਸੀ, ਪਰ ਜਿਹੜੀ ਟਾਹਣੀ ਸੀ ਉਹ ਮੋਸ਼ਨ 'ਚ ਲਿਆਂਦੀ ਅਸੀਂ, ਅਤੇ ਇਸ ਕਰਕੇ ਉਹਦੇ ਨਾਲ ਉਹ ਡੀ ਅਟੈਚ ਹੋ ਗਏ ਆਪਣੇ ਇਨਰਸ਼ੀਆ ਨੂੰ ਬਰਕਰਾਰ ਰੱਖਣ ਲਈ। ਅਤੇ ਥੱਲੇ ਨੂੰ ਕਿਉਂ ਫਾਲ ਕੀਤੇ? ਅਰਥ ਦੀ ਗ੍ਰੈਵਿਟੀ ਦੇ ਕਰਕੇ, ਅਰਥ ਨੇ ਉਹਨਾਂ ਨੂੰ ਖਿੱਚ ਲਿਆ। ਔਨ ਸਟ੍ਰਾਈਕਿੰਗ ਦਾ ਕੋਇਨ ਐਟ ਦੀ ਬੋਟਮ ਆਫ ਦੀ ਪਾਈਲ ਆਫ ਦੀ ਕੈਰਮ ਕੋਇਨਸ with a striker, lowest coin only moves away while the rest of the pile remains intact। ਕਹਿੰਦਾ ਜਦੋਂ ਅਸੀਂ ਕੈਰਮ ਬੋਰਡ ਖੇਡਦੇ ਹਾਂ, ਕੈਰਮ ਦੇ ਵਿੱਚ ਜਦੋਂ ਅਸੀਂ ਉਹਦੇ ਜਿਹੜੇ ਕੋਇਨਸ ਹੁੰਦੇ ਆ ਉਹਨਾਂ ਨੂੰ ਟਿਕਾਇਆ ਹੁੰਦਾ, ਜਦੋਂ ਅਸੀਂ ਉਹ ਜਿਹੜਾ ਸਟ੍ਰਿਕ ਕਰਦੇ ਹਾਂ ਉਹਨੂੰ ਮੇਨ ਜਿਹੜੇ ਨਾਲ ਸਟ੍ਰਾਈਕ ਕਰਦੇ ਹਾਂ, ਸਟ੍ਰਾਈਕਰ ਨਾਲ ਉਹਨੂੰ ਜਦੋਂ ਸਟ੍ਰਾਈਕ ਕਰਦੇ ਹਾਂ ਅਤੇ ਉਹ ਥੱਲੜਲਾ ਕੋਇਨ ਹੀ ਇਕੱਲਾ ਨਿਕਲਦਾ ਵਾ, ਕਿਉਂਕਿ ਥੱਲੜਲੇ 'ਤੇ ਮੋਸ਼ਨ ਆ ਜਾਂਦਾ, ਬਾਕੀ ਸਾਰੇ ਆਪਣੇ ਇਨਰਸ਼ੀਆ ਆਫ ਰੈਸਟ ਕਰਕੇ ਉੱਥੇ ਹੀ ਡਿੱਗ ਜਾਂਦੇ ਆ। ਬਾਕੀ ਜਿਹੜੇ ਆਪਣੇ ਇਨਰਸ਼ੀਆ ਆਫ ਰੈਸਟ ਕਰਕੇ ਜਿਹੜੇ ਆ ਉਹ ਉੱਥੇ ਹੀ ਡਿੱਗ ਜਾਂਦੇ। ਇਹਦਾ ਕਾਰਨ ਵੀ ਕੀ ਆ? ਇਨਰਸ਼ੀਆ ਆਫ ਰੈਸਟ ਆ ਅਤੇ ਗ੍ਰੈਵਿਟੀ ਕਰਕੇ ਨੀਚੇ ਆ ਜਾਂਦੇ ਆ। ਵੈਨ ਏ ਸਮੂਥ ਕਾਰਡ ਪਲੇਸਡ ਓਵਰ ਦੀ ਮਾਊਥ ਆਫ ਟੰਬਲਰ ਇਜ਼ ਫਲਿਕਡ ਸ਼ਾਰਪਲੀ ਇਨ ਦੀ ਹੋਰੀਜ਼ੈਂਟਲ ਡਾਇਰੈਕਸ਼ਨ, ਦ ਕਾਰਡ ਫਲਾਈਜ਼ ਅਵੇ ਬਟ ਦ ਕੋਇਨ ਕੈਪਟ ਓਵਰ ਦੀ ਕਾਰਡ ਫਾਲਸ ਇਨਟੂ ਦੀ ਟੰਬਲਰ। ਕਹਿੰਦਾ ਇੱਕ ਗਲਾਸ ਦੇ ਉੱਤੇ ਨਾ ਇੱਕ ਕੋਇਨ ਰੱਖ ਲਿਓ ਇੱਕ ਤਾਸ਼ ਦੇ ਪੱਤੇ ਦੇ ਉੱਤੇ, ਜਦੋਂ ਤੁਸੀਂ ਤਾਸ਼ ਦੇ ਪੱਤੇ ਨੂੰ ਇੱਦਾਂ ਅੰਗੂਠੇ ਨਾਲ ਇੱਦਾਂ ਕਰੋਗੇ ਅਤੇ ਉਹ ਕੀ ਹੋਏਗਾ? ਤਾਸ਼ ਦਾ ਪੱਤਾ ਵਿੱਚੋਂ ਨਿਕਲ ਜਾਏਗਾ, ਕੋਇਨ ਥੱਲੇ ਡਿੱਗ ਜਾਏਗਾ। ਕਿਹਦੇ ਕਰਕੇ? ਇਨਰਸ਼ੀਆ ਆਫ ਰੈਸਟ ਕਰਕੇ, ਅਤੇ ਗ੍ਰੈਵਿਟੀ ਨੇ ਉਹਨੂੰ ਥੱਲੇ ਨੂੰ ਖਿੱਚ ਲਿਆ। ਜਿਹੜਾ ਥੱਲੇ ਪੱਤਾ ਸੀਗਾ ਆਪਣਾ ਤਾਸ਼ ਦਾ ਉਹ ਜਿਹੜਾ ਵਿੱਚੋਂ ਨਿਕਲ ਜਾਏਗਾ, ਕਾਰਡ ਜਿਹੜਾ ਵਿੱਚੋਂ ਨਿਕਲ ਜਾਏਗਾ। ਠੀਕ ਹੈ ਜੀ, ਕਿਉਂਕਿ ਕਾਰਡ ਮੋਸ਼ਨ 'ਚ ਲਿਆਂਦਾ ਪਰ ਜਿਹੜਾ ਸਿੱਕਾ ਉੱਤੇ ਪਿਆ ਸੀ ਉਹ ਨਹੀਂ ਨਾ ਮੋਸ਼ਨ 'ਚ ਆਇਆ, ਇਸ ਕਰਕੇ ਉਹ ਨਿਕਲ ਗਿਆ। ਵੈਨ ਏ ਕੋਰੀਡਰ ਟ੍ਰੇਨ ਸਡਨਲੀ ਸਟਾਰਟਸ ਸਲਾਈਡਿੰਗ ਡੋਰਸ ਆਫ ਸਮ ਕੰਪਾਰਟਮੈਂਟਸ ਇਜ਼ ਓਪਨ, ਦ ਰੀਜ਼ਨ ਦੈਟ ਦ ਫਰੇਮ ਆਫ door being in contact with the floor of the comes in motion on the start of the train, but a sliding door remains in its position due to the inertia. Thus the frame moves ahead with the train, door slides opposite to the direction of motion, the train thus the door may open। ਕਹਿੰਦਾ ਜਦੋਂ ਇੱਕਦਮ ਆਪਾਂ ਮਤਲਬ ਸਲਾਈਡਿੰਗ ਡੋਰਸ ਹੁੰਦੇ, ਇੱਕਦਮ ਟ੍ਰੇਨ ਸਟਾਰਟ ਹੁੰਦੀ ਹੈ ਅਤੇ ਉਹ ਸਲਾਈਡਿੰਗ ਡੋਰਸ ਓਪਨ ਕਿੱਦਾਂ ਹੋ ਜਾਂਦੇ ਆਪਣੇ ਆਪ ਹੀ? ਉਹ ਇਨਰਸ਼ੀਆ ਆਫ ਰੈਸਟ ਕਰਕੇ ਹੁੰਦੇ ਆ, ਕਿਉਂਕਿ ਉਹ ਜਿਹੜੇ ਡੋਰਸ ਹੁੰਦੇ ਉਹ ਤਾਂ ਆਪਣੀ ਪੋਜੀਸ਼ਨ 'ਤੇ ਰਹਿਣਾ ਚਾਹੁੰਦੇ ਆ, ਪਰ ਟ੍ਰੇਨ ਜਿਹੜੀ ਆ ਉਹ ਮੋਸ਼ਨ 'ਚ ਹੋਣ ਕਰਕੇ ਉਹ ਜਿਹੜੇ 'ਚ ਉਹ ਡੋਰ ਪਏ ਹੋਏ ਆ, ਜਿਹੜੇ ਸਲਾਈਡਿੰਗ ਜਗ੍ਹਾ 'ਤੇ ਉਹ ਪਏ ਹੋਏ ਆ ਉਹ ਮੋਸ਼ਨ 'ਚ ਆ ਜਾਂਦੇ ਆ, ਪਰ ਉਹ ਡੋਰ ਜਿਹੜੀ ਆ ਰੈਸਟ ਦੀ ਪੋਜੀਸ਼ਨ ਕਰਕੇ ਓਪਨ ਹੋ ਜਾਂਦੇ ਆ। ਠੀਕ ਹੈ ਜੀ, ਆਪਣੀ ਜਗ੍ਹਾ 'ਤੇ ਬਰਕਰਾਰ ਰਹਿਣਾ ਚਾਹੁੰਦੇ ਹੁੰਦੇ, ਇਸ ਕਰਕੇ ਡੋਰ ਮੇ ਓਪਨ ਹੋ ਜਾਂਦੇ ਆ। ਠੀਕ ਹੈ ਜੀ, ਨੈਕਸਟ ਹੈਗਾ ਸਾਡਾ ਇਨਰਸ਼ੀਆ ਆਫ ਮੋਸ਼ਨ। ਇਹ ਬੋਡੀ ਇਜ਼ ਇਨ ਦੀ ਸਟੇਟ ਆਫ ਮੋਸ਼ਨ ਕੰਟੀਨਿਊਜ਼ ਇਨ ਦੀ ਸਟੇਟ ਆਫ ਮੋਸ਼ਨ ਵਿਦ ਦੀ ਸੇਮ ਸਪੀਡ ਸੇਮ ਡਾਇਰੈਕਸ਼ਨ ਇਨ ਏ ਸਟੇਟ ਲਾਈਨ ਅਨਲੈਸ ਐਕਸਟਰਨਲ ਫੋਰਸਿਸ ਅਪਲਾਈਡ ਔਨ ਇਟ। ਕਹਿੰਦਾ ਜਦੋਂ ਕੋਈ ਬੋਡੀ ਮੋਸ਼ਨ 'ਚ ਆ, ਇੱਕ ਡਾਇਰੈਕਸ਼ਨ 'ਚ ਯੂਨੀਫਾਰਮ ਮੋਸ਼ਨ 'ਚ ਆ, ਸੇਮ ਸਪੀਡ ਨਾਲ ਮੂਵ ਕਰਦੀ ਪਈ ਆ, ਉਹਦੀ ਸਪੀਡ ਉਨੀ ਹੀ ਰਹੂਗੀ, ਉਹਦੀ ਉਹ ਡਾਇਰੈਕਸ਼ਨ ਹੀ ਰਹੂਗੀ ਜਿੰਨਾ ਚਿਰ ਉਹਦੇ ਉੱਤੇ ਕੋਈ ਬਾਹਰੋਂ ਫੋਰਸ ਨਹੀਂ ਲੱਗਦੀ ਟੂ ਚੇਂਜ ਇਟਸ ਸਟੇਟ। ਉਹਦੇ ਨਾਲ ਹੀ ਉਹਦੀ ਸਟੇਟ ਚੇਂਜ ਹੋਊਗੀ। ਤਾਂ ਇਸ ਪ੍ਰੋਪਰਟੀ ਆਫ ਬੋਡੀ ਇਜ਼ ਕਾਲਡ ਇਨਰਸ਼ੀਆ ਆਫ ਮੋਸ਼ਨ। ਐਗਜ਼ਾਮਪਲਸ ਇਹਦੀਆਂ ਕੀ ਆ? ਸਾਈਕਲਿਸਟ ਰਾਈਡਿੰਗ ਅਲੋਂਗ ਏ ਲੈਵਲ ਰੋਡ ਨੋਟ ਕਮ ਟੂ ਰੈਸਟ ਇਮੀਡੀਏਟਲੀ ਆਫਟਰ ਹੀ ਸਟੋਪਸ ਪੈਡਲਿੰਗ। ਕਹਿੰਦਾ ਜਦੋਂ ਇੱਕ ਸਾਈਕਲਿਸਟ ਆ ਜੇ ਉਹ ਪੈਡਲ ਮਾਰਨੇ ਬੰਦ ਵੀ ਕਰਦੇ, ਉਹਦਾ ਇਮੀਡੀਏਟਲੀ ਸਾਈਕਲ ਖੜਾ ਤਾਂ ਨਹੀਂ ਨਾ ਹੋ ਜਾਂਦਾ ਜਿੰਨਾ ਚਿਰ ਬ੍ਰੇਕ ਨਹੀਂ ਲਾਉਂਦਾ। ਉਹ ਕਿਉਂ ਜਾਂਦਾ ਰਹਿੰਦਾ ਪੈਡਲ ਮਾਰੇ ਬਗੈਰ ਵੀ? ਅੱਗੇ ਕਿਹਦੇ ਕਰਕੇ ਜਾਣਾ ਰਹਿੰਦਾ ਵਾ? ਇਨਰਸ਼ੀਆ ਆਫ ਮੋਸ਼ਨ ਕਰਕੇ ਜਾਂਦਾ ਰਹਿੰਦਾ। ਵੈਨ ਏ ਪੈਸੰਜਰ ਜੰਪਸ ਆਊਟ ਆਫ ਦੀ ਮੂਵਿੰਗ ਟ੍ਰੇਨ ਹੀ ਫਾਲਸ ਡਾਊਨ। ਜਦੋਂ ਮੂਵਿੰਗ ਟ੍ਰੇਨ ਤੋਂ ਪੈਸੰਜਰ ਛਾਲ ਮਾਰ ਦੇਵੇ ਨੀਚੇ ਅਤੇ ਉਹ ਕਲਾਬਾਜ਼ੀਆਂ ਖਾਂਦਾ ਖਾਂਦਾ ਅੱਗੇ ਨੂੰ ਕਿਉਂ ਜਾਂਦਾ ਵਾ? ਇਨਰਸ਼ੀਆ ਆਫ ਮੋਸ਼ਨ ਕਰਕੇ ਹੀ ਜਾਂਦਾ। ਉਹ ਵੀ ਇਨਰਸ਼ੀਆ ਆਫ ਮੋਸ਼ਨ ਕਰਕੇ ਉਹ ਅੱਗੇ ਨੂੰ ਜਾਂਦਾ, ਬਿਕੋਜ਼ ਜਦੋਂ ਉਹਦੇ ਪੈਰ ਜਾ ਕੇ ਧਰਤੀ 'ਤੇ ਲੱਗਦੇ ਆ ਅਤੇ ਉਹਦਾ ਉੱਪਰਲਾ ਸਰੀਰ ਮੋਸ਼ਨ 'ਚ ਰਹਿਣ ਕਰਕੇ ਉਹ ਜਿਹੜਾ ਉਹਦੀਆਂ ਕਲਾਬਾਜ਼ੀਆਂ ਲੱਗਦੀਆਂ। ਜਦੋਂ ਧਰਤੀ ਦੀ ਛਾਲ ਮਾਰੇਗਾ ਮੂਵਿੰਗ ਟ੍ਰੇਨ ਦੇ ਵਿੱਚੋਂ ਅਤੇ ਉਹ ਮੂਵਿੰਗ ਟ੍ਰੇਨ ਵੀ ਮੋਸ਼ਨ 'ਚ ਆ, ਉਹ ਬੰਦਾ ਵੀ ਮੋਸ਼ਨ 'ਚ ਹੀ ਆ, ਪਰ ਉਹਦੇ ਪੈਰ ਜੋ ਧਰਤੀ ਨੂੰ ਲੱਗੇ ਉਹ ਇੱਦਾਂ ਅੱਗੇ ਨੂੰ ਫਾਲ ਕਰੇਗਾ, ਫਿਰ ਉਹਦੀਆਂ ਇੱਦਾਂ ਕਲਾਬਾਜ਼ੀਆਂ ਲੱਗਣਗੀਆਂ। ਠੀਕ ਹੈ ਜੀ, ਨੈਕਸਟ ਅਤੇ ਜਦੋਂ ਚੜ੍ਹਨਾ ਹੁੰਦਾ ਮੂਵਿੰਗ ਟ੍ਰੇਨ 'ਚ ਉਦੋਂ ਵੀ ਭੱਜ ਕੇ ਹੀ ਚੜ੍ਹਦਾ ਵਾ। ਵੈਨ ਏ ਰਨਿੰਗ ਕਾਰ ਸਟੋਪ ਸਡਨਲੀ ਪੈਸੰਜਰ ਟੈਂਸ ਟੂ ਲੀਨ ਫੋਰਵਰਡ। ਜਦੋਂ ਰਨਿੰਗ ਕਾਰ ਇੱਕਦਮ ਸਟੋਪ ਹੋ ਜਾਵੇ ਅਤੇ ਸਾਨੂੰ ਅੱਗੇ ਨੂੰ ਬੱਸ 'ਚ ਖੜਿਆਂ ਨੂੰ ਧੱਕਾ ਲੱਗਦਾ, ਉਹ ਵੀ ਕਿਹਦੇ ਕਰਕੇ ਲੱਗਦਾ? ਇਨਰਸ਼ੀਆ ਆਫ ਮੋਸ਼ਨ ਕਰਕੇ ਹੀ ਲੱਗਦਾ ਉਹ ਵੀ। ਠੀਕ ਹੈ ਜੀ, ਐਨ ਐਥਲੀਟ ਓਫਨ ਰਨਸ ਬਿਫੋਰ ਟੇਕਿੰਗ ਏ ਲੌਂਗ ਜੰਪ। ਲੌਂਗ ਜੰਪ ਮਾਰਨ ਤੋਂ ਪਹਿਲਾਂ ਐਥਲੀਟ ਕਿਉਂ ਭੱਜ ਕੇ ਆਉਂਦਾ? ਕਿਉਂਕਿ ਉਹ ਚਾਹੁੰਦਾ ਵੀ ਮੇਰਾ ਇਨਰਸ਼ੀਆ ਆਫ ਮੋਸ਼ਨ ਬਣ ਜਾਵੇ, ਤਾਂ ਜੋ ਉਹ ਜੰਪ ਲਵੇ ਉਹਦੇ ਵਿੱਚ ਕੀ ਹੋਵੇ? ਇੱਕ ਮੋਸ਼ਨ ਦਾ ਇਨਰਸ਼ੀਆ ਹੋਵੇ ਜਿਹਦੇ ਨਾਲ ਉਹ ਲੌਂਗ ਜੰਪ ਲੈ ਪਾਵੇ, ਲੌਂਗ ਡਿਸਟੈਂਸ ਤੱਕ ਟਰੈਵਲ ਕਰ ਪਾਵੇ ਹਵਾ ਦੇ ਵਿੱਚ, ਇਸ ਕਰਕੇ ਉਹ ਜੰਪ ਲਗਾਉਣ ਲੱਗੇ ਪਹਿਲਾਂ ਭੱਜ ਕੇ ਆਉਂਦਾ। ਠੀਕ ਹੈ ਜੀ, ਬਾਲ ਥਰੋਨ ਵਰਟੀਕਲੀ ਅਪਵਰਡਸ ਬਾਏ ਪਰਸਨ ਇਨ ਮੂਵਿੰਗ ਟ੍ਰੇਨ ਕਮਜ਼ ਬੈਕ ਟੂ ਹਿਸ ਹੈਂਡ। ਇੱਕ ਮੂਵਿੰਗ ਟ੍ਰੇਨ ਦੇ ਵਿੱਚ ਪਰਸਨ ਨੇ ਨਾ ਇੱਥੋਂ ਬੈਠੇ ਬੈਠੇ ਨੇ ਬੋਲ ਉੱਪਰ ਨੂੰ ਸੁੱਟੀ ਆ,
ਇੱਕ ਤੇ ਉਹ ਪਰਸਨ ਦੇ ਹੱਥ 'ਚ ਹੀ ਹੁੰਦੀ, ਚਾਹੇ ਟ੍ਰੇਨ ਮੂਵ ਕਰਦੀ ਕਰਦੀ ਅੱਗੇ ਵੀ ਆ ਗਈ, ਉਹ ਪਰਸਨ ਜਿੱਥੇ ਬੈਠਾ ਨਾ ਉਹਦੇ ਹੀ ਹੱਥ 'ਚ ਹੁੰਦੀ ਜਾ ਕੇ ਬੋਲ ਵੀ, ਕਿਉਂਕਿ ਬੋਲ ਕੀ ਆ ਨਾਲ ਨਾਲ ਮੂਵ ਕਰਦੀ ਹੈ, ਕਿਹਦੇ ਟ੍ਰੇਨ ਦੇ, ਬੋਲ ਕਿਹਦੇ ਨਾਲ ਮੂਵ ਕਰਦੀ ਹੈ, ਟ੍ਰੇਨ ਦੇ ਨਾਲ ਮੂਵ ਕਰਦੀ ਹੈ। ਦ ਰੀਜ਼ਨ ਇਜ਼ ਦੈਟ ਐਟ ਦੀ ਮੂਮੈਂਟ ਵੈਨ ਅ ਬੋਲ ਵਾਜ਼ ਥਰੋਨ it was in motion along with the person and the train. It remains in the same state of forward motion even during the time the ball remains in air. ਜਿੰਨਾ ਚਿਰ ਹਵਾ 'ਚ ਵੀ ਹੈ ਨਾ ਬਾਲ, ਉਹਦੇ 'ਚ ਉਹ ਮੋਸ਼ਨ ਬਣਿਆ ਰਹਿੰਦਾ। the person, the inside air and the ball all move ahead by the same distance. ਉਹ ਸਾਰੇ ਉਹਦੇ ਨਾਲ ਸੇਮ ਡਿਸਟੈਂਸ ਅੱਗੇ ਨੂੰ ਜਾਂਦੇ ਆ due to the inertia and so the ball falls back into his palm on its return. ਕਹਿੰਦਾ ਉਹ ਹਵਾ ਤੇ ਬੋਲ, the person, inside air and the ball all move ahead by the same distance due to the inertia ਕਰਕੇ and so the ball falls back into his palm on its turn. ਇਸ ਕਰਕੇ ਬਾਲ ਜਿਹੜੀ ਉਹਦੇ ਹੱਥਾਂ 'ਚ ਹੀ ਆਉਂਦੀ ਹੈ। ਠੀਕ ਹੈ ਜੀ, ਇਹ ਸੀਗਾ ਸਾਡਾ inertia of motion ਤੇ inertia of rest ਬਾਰੇ। ਤੇ ਇਹਦੇ ਵਿੱਚ ਅਗਲਾ ਚੈਪਟਰ ਹੁਣ ਅਸੀਂ ਸੈਕਿੰਡ ਕਰਾਂਗੇ, ਇਹਦੇ ਨੂਮੈਰੀਕਲ ਦੇਖਾਂਗੇ ਇੱਕ ਵੀਡੀਓ 'ਚ, ਜਿਸ 'ਚ ਨੂਮੈਰੀਕਲ ਇਹਦੇ ਵਿੱਚ ਵੀ ਨਹੀਂ ਹੈਗੇ, ਸੀ ਪਾਰਟ ਦੇ ਵਿੱਚ ਜਾ ਕੇ ਹੋਣਗੇ ਨੂਮੈਰੀਕਲ, ਫਿਰ ਉਦੋਂ ਕਰਾਂਗੇ। ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ।